ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਜੀ ਆਪਣੇ ਵਿੱਚ ਨਹੀਂ ਰਹੇ। ਉਹਨਾਂ ਦੀ ਭੂਮਿਕਾ ਬੜੀ ਸਤਿਕਾਰਯੋਗ ਰਹੀ ਹੈ। ਜਿੱਥੇ ਜਿੱਥੇ ਉਹਨਾਂ ਨੇ ਕੰਮ ਕੀਤਾ ਉਹ ਕਾਫੀ ਸ਼ਲਾਘਾਯੋਗ ਰਿਹਾ, ਪਰ ਉਹਨਾਂ ਦਾ ਚਲਾਣਾ ਜਿਹੜਾ ਕਿ ਹੁਣ ਉਹਨੂੰ ਇਸ ਪੂਰੇ ਘਟਨਾਕ੍ਰਮ ਦੇ ਨਾਲ ਜੋੜਿਆ ਜਾ ਰਿਹਾ। ਇੰਡੀਅਨ ਐਕਸਪ੍ਰੈਸ ਦੀ 8 ਲੱਖ ਦੀ ਨੌਕਰੀ ਛੱਡ ਕੇ ਆਏ। ਇੱਕ ਇੰਟੈਕਚੁਅਲ ਮੈਨੂੰ ਲੱਗਦਾ ਕਿ ਅਸੀਂ ਇਹੋ ਜਿਹਾ ਸ਼ਖਸ ਖੋਲ੍ਹਿਆ ਕਿ ਜਿਹਦੀ ਹਜੇ ਕੌਮ ਨੂੰ ਲੋੜ ਸੀ, ਇਹਨਾਂ ਦਿਨਾਂ ਦੇ ਵਿੱਚ ਲੋੜ ਸੀ। ਉਹਨਾਂ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੁੱਕਰ ਗਈ। ਜੇ ਸ਼ਾਇਦ ਪ੍ਰਮਾਤਮਾ ਉਹਨਾਂ ਨੂੰ ਸਮਾਂ ਦਿੰਦਾ ਤਾਂ ਉਹ ਸ਼ਖਸ ਸਾਡੇ ਕੋਲ ਇੱਕ ਅਜਿਹਾ ਸ਼ਖਸ ਸੀ ਕਿ ਇਹਨਾਂ ਦੇ ਮੁੱਕਰਿਆਂ ਤੋਂ ਬਾਅਦ ਵੀ ਇਹਨਾਂ ਦੇ ਪਰਦੇ ਜਿਹੜੇ ਸੀ ਉਹਨਾਂ ਦੇ ਕੋਲ ਬਹੁਤ ਵੱਡੇ ਪੱਧਰ 'ਤੇ ਸੀ, ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਇਹਨਾਂ ਦੀ ਇੱਕ ਕਿਤਾਬ ਲਿਖੀ ਸੀ ਪਿੱਛੇ ਜਿਹੇ। ਅਤੇ ਜਿਵੇਂ ਹੁਣ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂ ਬੈਠਾ, ਜਿੰਨੀ ਗੱਲ ਤੁਹਾਨੂੰ ਤੱਥਾਂ ਦੇ ਨਾਲ ਜਾਂ ਜਿੰਨੀ ਜਾਣਕਾਰੀ ਮੇਰੀ ਆ ਉਹ ਬਾਹਰਲਾ ਬੰਦਾ ਨਹੀਂ ਦੇ ਸਕਦਾ। ਜਦ ਬੈਠੇ ਹੀ ਜਿਵੇਂ ਸੱਪ ਮਾਇਆ ਦੇ ਉੱਤੇ ਫਣ ਚੱਕ ਕੇ ਬੈਠਾ ਹੁੰਦਾ, ਬੈਠੀ ਸਿਆਸੀ ਨੇ। ਹਜੇ ਤਾਂ ਬਰਗਾੜੀ ਨਹੀਂ ਸੀ ਉਹਲੇ ਹੋਇਆ। ਹੁਣ ਤੁਸੀਂ ਇਹ ਦੇਖੋ ਵੀ ਇਹਨਾਂ 5 ਸਾਲਾਂ ਦੇ ਵਿੱਚ 2 ਮੁੱਦੇ ਜਿਹੜੇ ਨੇ ਉਹ ਇਹੋ ਜਿਹੇ ਹੋ ਗਏ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਇਹਦਾ ਹੱਲ ਕਰੇ ਬਿਨਾਂ, ਇਹਦਾ ਹਿਸਾਬ ਦਿੱਤੇ ਬਿਨਾਂ ਕੌਮ ਜਿਹੜੀ ਆ ਉਹ ਮਾਫ ਕਰਨ ਵਾਲੀ ਨਹੀਂ। ਜਿਨ੍ਹਾਂ ਬੰਦਿਆਂ ਦੇ ਉੱਤੇ ਇਹਨਾਂ ਨੇ ਫੌਜਦਾਰੀ ਮੁਕੱਦਮੇ ਦਰਜ ਕਰਨ ਦੀ ਗੱਲ ਕੀਤੀ ਹੈ ਕਿ ਉਹਨਾਂ ਮੁਲਾਜ਼ਮਾਂ ਨੇ ਇਹਨਾਂ ਨੂੰ ਕਿਹਾ ਕਿ ਇੱਕ ਵਾਰੀ ਤੁਸੀਂ ਮੁਕੱਦਮੇ ਦਰਜ ਕਰਾਓ ਸਾਡੇ 'ਤੇ, ਉਸ ਤੋਂ ਬਾਅਦ ਅਸੀਂ ਤੁਹਾਡੇ ਭੇਦ ਖੋਲ੍ਹਾਂਗੇ। ਕਿ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਆਪਣੇ ਫੈਸਲੇ ਤੋਂ ਭੱਜ ਜਾਣਾ, ਇਹਦੇ ਪਿੱਛੇ ਕੋਈ ਵੱਡੇ ਰਾਜ ਨੇ ਜਿਨ੍ਹਾਂ ਨੂੰ ਲੁਕਾਉਣ ਦਾ ਜਿਹੜਾ ਇਹ ਯਤਨ ਕੀਤਾ ਗਿਆ। ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਇਸ ਵੇਲੇ, ਉਹਦੇ ਵਿੱਚ ਤਾਂ ਇਹੀ ਸਾਫ਼ ਤੌਰ 'ਤੇ ਲੱਗ ਰਿਹਾ ਕਿ ਬਹੁਤ ਸਾਰੇ ਆਗੂ ਹੋਰ ਵੀ ਇਸ ਪੂਰੀ ਕਾਰਵਾਈ ਦੇ ਵਿੱਚ ਗਲਤਾਨ ਹੋਏ ਨਜ਼ਰ ਆਉਣਗੇ ਜੇ ਅਸਲ ਤਰੀਕੇ ਦੇ ਨਾਲ ਕਾਰਵਾਈ ਹੁੰਦੀ ਹੈ। ਜਿਹੜੀ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਨੇ 2 ਮਹੀਨੇ ਪਹਿਲਾਂ, ਉਹੀ ਗੱਲ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਿਹੜੀ ਅੰਤਰਿਮ ਕਮੇਟੀ ਕਹਿ ਰਹੀ ਹੈ ਕਿ ਇਹਦਾ ਲੇਜ਼ਰ ਬੁੱਕਾਂ ਦੀ ਜਿਹੜੀ ਹੇਰ-ਫੇਰ, ਜੇ ਲੇਜ਼ਰ ਬੁੱਕਾਂ ਦੀ ਹੇਰ-ਫੇਰ ਆ ਫਿਰ ਡਿਸਮਿਸ ਕਾਹਨੂੰ ਕਰਨੇ ਨੇ। ਪਰ ਹੁਣ ਮੈਨੂੰ ਨਿੱਜੀ ਤੌਰ 'ਤੇ ਖਦਸ਼ਾ ਹੈ ਕਿ ਜਦੋਂ ਇੱਕ 10 ਦਿਨ ਦੇ ਵਿੱਚ ਇਸ ਗੱਲ ਤੋਂ ਮੁੱਕਰ ਗਏ, ਫੌਜਦਾਰੀ ਕੇਸ ਵੀ ਅਸੀਂ ਦਰਜ ਨਹੀਂ ਕਰਾਉਣੇ, ਤਾਂ ਕੋਹਲੀ ਤੋਂ ਮੁੱਕਰਨਾ ਕੀ ਔਖਾ ਇਹਨਾਂ ਨੂੰ। ਹੁਣ ਭੂਮਿਕਾ ਦੇਖੀ ਜਾਣੀ ਇੱਥੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ। ਇੰਨੀਆਂ ਮੋਟੀਆਂ ਤਨਖਾਹਾਂ ਲੈ ਕੇ ਵੀ ਇਹਨਾਂ ਲੋਕਾਂ ਦੇ ਢਿੱਡ ਨਹੀਂ ਭਰਦੇ। ਮੈਂ ਤਾਂ ਹੈਰਾਨ ਹਾਂ। ਅਤੇ ਜਿੰਨੀ ਦੇਰ ਤੱਕ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੁੰਦਾ, ਸਾਡੀ ਧਾਰਮਿਕ ਫਿਜ਼ਾ ਆਜ਼ਾਦ ਨਹੀਂ ਹੁੰਦੀ, ਉਨੀ ਦੇਰ ਤੱਕ ਜਿਹੜਾ ਕੁਛ ਨਹੀਂ ਸਾਡਾ ਬਣਨ ਵਾਲਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਇਸ ਕਰਕੇ ਹੋਈ ਸੀ ਕਿ ਇਹ ਸਿੱਖਾਂ ਦੇ ਮਸਲਿਆਂ ਨੂੰ ਵਿਚਾਰੇ, ਸਿੱਖਾਂ ਦੀ ਜਿਹੜੀ ਅਸਲ ਹਕੀਕਤ ਆ ਉਹਨੂੰ ਲੋਕਾਂ ਤੱਕ ਪਹੁੰਚਾਉਣਾ, ਲੋਕਾਈ ਤੱਕ ਪਹੁੰਚਾਉਣਾ, ਉਹਦੇ ਸੰਬੰਧੀ ਕੋਸ਼ਿਸ਼ਾਂ ਕਰੇ, ਪੰਥ ਦੇ ਪ੍ਰਚਾਰ ਦੀਆਂ ਕੋਸ਼ਿਸ਼ਾਂ ਕਰੇ, ਪੰਥ ਦੇ ਜਿਹੜੇ ਹੀਰੇ ਨੇ ਉਹਨਾਂ ਦੇ ਸੰਬੰਧੀ ਵੱਡੇ ਫੈਸਲੇ ਲੈ ਕੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇ ਤਾਂ ਜੋ ਉਹਨਾਂ ਤੋਂ ਪ੍ਰੇਰਿਤ ਹੋ ਕੇ ਬਾਕੀ ਲੋਕ ਵੀ ਜਾਗਰੂਕ ਹੋ ਸਕਣ। ਪਰ ਇਸ ਵੇਲੇ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਬਹੁਤ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਕਿ ਆਖਰਕਾਰ ਜਿਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਜ਼ਿੰਮੇਵਾਰੀ ਸੌਂਪੀ ਸੀ ਉਹ ਕਰ ਕੀ ਰਹੀ ਹੈ। ਹਾਲ ਹੀ ਦੇ ਵਿੱਚ ਇੱਕ ਵੱਡਾ ਜਿਹੜਾ ਫੈਸਲਾ ਲਿਆ ਸੀ ਪਿਛਲੇ ਦਿਨਾਂ ਦੇ ਵਿੱਚ, ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ ਟਰਨ ਮਾਰਿਆ। ਫੌਜਦਾਰੀ ਮਾਮਲੇ ਦਰਜ ਕਰਵਾਉਣ ਦੀਆਂ ਗੱਲਾਂ ਹੋਈਆਂ ਸੀ। ਜਿਹੜੇ ਲੋਕ 328 ਸਰੂਪਾਂ ਦੇ ਜਿਹੜੇ ਲਾਪਤਾ ਕੀਤੇ ਗਏ ਨੇ ਜਾਂ ਜਿਨ੍ਹਾਂ ਦਾ ਕੋਈ ਵੀ ਵੇਰਵਾ ਨਹੀਂ ਦਿੱਤਾ ਗਿਆ, ਉਹ ਸੰਬੰਧੀ ਦੋਸ਼ੀ ਪਾਏ ਗਏ ਸੀ ਕਮੇਟੀ ਦੀ ਰਿਪੋਰਟ ਦੇ ਵਿੱਚ, ਤਾਂ ਉਹਨਾਂ ਦੇ ਖਿਲਾਫ ਵੱਡਾ ਫੈਸਲਾ ਲੈਣ ਦੀ ਥਾਂ, ਕਾਰਵਾਈ ਕਰਨ ਦੀ ਥਾਂ ਯੂ ਟਰਨ ਮਾਰ ਗਿਆ। ਸਾਡੇ ਨਾਲ ਐਸਜੀਪੀਸੀ ਮੈਂਬਰ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਨੇ। ਭਾਈ ਸਾਹਿਬ, ਇਹ ਜਿਹੜਾ ਪੂਰਾ ਮਾਮਲਾ ਹੈਗਾ ਇਹਦੇ ਵਿੱਚ ਬੜੇ ਵੱਡੇ ਪੱਧਰ 'ਤੇ ਹੁਣ ਸਵਾਲ ਖੜੇ ਹੋ ਗਏ। ਇਹ ਜਿਹੜਾ ਯੂ ਟਰਨ ਮਾਰਿਆ, ਇਹ ਯੂ ਟਰਨ ਦੇ ਪਿੱਛੇ ਤੁਸੀਂ ਕਾਰਨ ਕੀ ਸਮਝਦੇ ਹੋ? ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਾਰਨ ਰਹੇ ਨੇ ਕਿ ਐਸਜੀਪੀਸੀ ਮੈਂਬਰ ਜਿਹੜੇ ਫੌਜਦਾਰੀ ਮਾਮਲੇ ਦਰਜ ਕਰਨ ਦੀਆਂ ਗੱਲਾਂ ਆਖਰੀ ਸੀ ਉਹ ਯੂ ਟਰਨ ਮਾਰ ਗਿਆ? ਸਤਿਗੁਰੂ ਦਾ ਬਚਨ ਹੈ, ਸੋ ਡਰੈ ਜੇ ਪਾਪ ਕਮਾਉਂਦਾ। ਜਦੋਂ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੂੰ ਰਿਪੋਰਟ ਭੇਜੀ ਗਈ ਆ, ਮੈਂ ਉਸ ਟਾਈਮ ਇਹਦਾ ਵਿਰੋਧ ਕੀਤਾ ਸੀ। ਮੈਂ ਇਹ ਕਿਹਾ ਸੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਸਵਾਲਾਂ ਦੇ ਘੇਰੇ ਦੇ ਵਿੱਚ ਆ, ਜਦੋਂ ਤੁਸੀਂ ਇਨਕੁਆਇਰੀ ਕਰਵਾ ਲਈ, ਉਹ ਚਾਹੀਦੀ ਸੀ ਕਿ ਅਕਾਲ ਤਖਤ 'ਤੇ ਓਪਨ ਹੋ ਜਾਂਦੀ। ਉਸ ਤੋਂ ਬਾਅਦ ਕੇਵਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਰਡਰ ਦਿੱਤੇ ਜਾਂਦੇ, ਕਿਉਂਕਿ ਬਾਕੀ ਤਾਂ ਸੱਜਣ ਉਹੀ ਨੇ ਜਿਹੜੇ 2016 'ਚ ਵੀ ਬੈਠੇ ਨੇ, ਜਿਹੜੇ ਵੱਡੇ ਚਿਹਰੇ ਦਿਖ ਰਹੇ ਨੇ। ਔਰ ਆਰਡਰ ਇਹ ਹੁੰਦੇ ਵੀ ਕਿ ਇਹਨਾਂ ਬੰਦਿਆਂ ਦੇ ਉੱਤੇ FIR ਦਰਜ ਕਰਾ ਕੇ ਅਗਲੀ ਜਿਹੜੀ ਫਰਦਰ ਪ੍ਰੋਸੀਡਿੰਗ ਹੈ ਜਿਹੜੀ ਉਹਨੂੰ ਸ਼ੁਰੂ ਕੀਤਾ ਜਾਵੇ। ਉਹਨਾਂ ਨੇ, ਪਰ ਜਦੋਂ ਉਹਨਾਂ ਨੇ ਭੇਜੀ ਸੀ ਪ੍ਰੈਸ ਦੇ ਵਿੱਚ ਆਪਾਂ ਦੇਖਿਆ, ਉਹਨਾਂ ਨੇ ਲਿਖਿਆ ਸੀ ਕਿ ਇਹਨਾਂ 'ਤੇ ਜਿਹੜੀ ਆ ਕਾਰਵਾਈ ਕੀਤੀ ਜਾਵੇ, ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਦੂਸਰੀ ਗੱਲ, ਸ਼੍ਰੋਮਣੀ ਕਮੇਟੀ ਦੀ ਜਿਹੜੀ ਪਹਿਲੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਤੋਂ ਪਹਿਲਾਂ, ਜਿਹਦੀ 3 ਵਾਰੀ ਜਗ੍ਹਾ ਬਦਲੀ, ਟਾਈਮ ਬਦਲਿਆ, ਪ੍ਰੈਸ ਤੋਂ ਚੋਰੀ ਕੀਤੀ,
ਇੱਕ ਪ੍ਰੈਸ ਨੋਟ ਜਾਰੀ ਕੀਤਾ। ਵੈਸੇ ਤਾਂ ਸ਼ੱਕ ਉਦੋਂ ਹੀ ਪੈਦਾ ਹੋ ਗਿਆ ਸੀਗਾ ਕਿ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਪ੍ਰੈਸ ਤੋਂ ਇਸ ਤਰ੍ਹਾਂ ਭੱਜ ਰਹੀ ਹੈ, ਜਗ੍ਹਾ ਬਦਲੀ। ਉਹਦੇ ਵਿੱਚ ਇਹਨਾਂ ਨੇ ਖੁਦ ਕਿਹਾ ਸੀ ਕਿ ਇਹਨਾਂ ਦੇ ਉੱਤੇ ਜੀ ਅਸੀਂ ਫੌਜਦਾਰੀ ਮੁਕੱਦਮੇ ਜਿਹੜੇ ਨੇ ਉਹ ਦਰਜ ਕਰਾਵਾਂਗੇ। ਬੜੀ ਸਪਸ਼ਟ ਗੱਲ ਹੈ ਕਿ ਜਿਨ੍ਹਾਂ ਬੰਦਿਆਂ ਦੇ ਉੱਤੇ ਇਹਨਾਂ ਨੇ ਫੌਜਦਾਰੀ ਮੁਕੱਦਮੇ ਦਰਜ ਕਰਨ ਦੀ ਗੱਲ ਕੀਤੀ ਹੈ, ਜਿਹੜੀ ਸਾਡੇ ਕੋਲ ਗੱਲਾਂ ਆਈਆਂ ਨੇ, ਪੁਖਤਾ ਗੱਲਾਂ ਆਈਆਂ ਨੇ ਕਿ ਉਹਨਾਂ ਮੁਲਾਜ਼ਮਾਂ ਨੇ ਇਹਨਾਂ ਨੂੰ ਕਿਹਾ ਕਿ ਇੱਕ ਵਾਰੀ ਤੁਸੀਂ ਮੁਕੱਦਮੇ ਦਰਜ ਕਰਾਓ ਸਾਡੇ ਤੇ, ਉਸ ਤੋਂ ਬਾਅਦ ਅਸੀਂ ਤੁਹਾਡੇ ਭੇਦ ਖੋਲਾਂਗੇ। ਸੋ ਇਹ ਲੱਗਦਾ ਕਿ ਇਹਨਾਂ ਨੇ ਇਹ ਪ੍ਰਵਾਨ ਕਰ ਲਿਆ ਵੀ ਲੋਕ ਜੋ ਮਰਜ਼ੀ ਹੁਣ ਸਾਨੂੰ ਕਹਿਣ, ਜਿਹੜੀ ਬਦਨਾਮੀ ਹੁੰਦੀ ਆ ਹੋਵੇ, ਜਿਹੜਾ ਸਾਡਾ ਤੇ ਦਾਗ ਲੱਗਣਾ। ਪਰ ਇਹ ਮੈਨੂੰ ਲੱਗਦਾ ਕਿ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਕੋਈ ਬਹੁਤ ਵੱਡਾ ਕੋਈ ਨਾ ਕੋਈ ਜਿਹੜਾ ਇਹਨੇ ਅਪਰਤੱਖ ਰੂਪ ਦੇ ਵਿੱਚ ਸਾਨੂੰ ਇਹ ਸੰਕੇਤ ਦੇ ਰਹੀ ਆ ਕਿ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਆਪਣੇ ਫੈਸਲੇ ਤੋਂ ਭੱਜ ਜਾਣਾ, ਇਹਦੇ ਪਿੱਛੇ ਕੋਈ ਵੱਡੇ ਰਾਜ ਨੇ ਜਿਨ੍ਹਾਂ ਨੂੰ ਲੁਕਾਉਣ ਦਾ ਜਿਹੜਾ ਇਹ ਯਤਨ ਕੀਤਾ ਗਿਆ। ਸਿੱਧੇ ਤੌਰ ਤੇ ਮੰਨ ਲਿਆ ਜਾਵੇ ਕਿ 328 ਸਰੂਪਾਂ ਦਾ ਮਾਮਲਾ ਨਹੀਂ ਹੁਣ ਰਹਿ ਗਿਆ, 328 ਤੋਂ ਹੋਰ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸਰੂਪ ਹੋਣੇ ਆ ਜਿਨ੍ਹਾਂ ਦੀ ਹੇਰਾਫੇਰੀ ਹੋਈ ਆ, ਕਿਉਂਕਿ ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਇਸ ਵੇਲੇ ਉਹਦੇ ਵਿੱਚ ਤਾਂ ਇਹੀ ਸਾਫ਼ ਤੌਰ ਤੇ ਲੱਗ ਰਿਹਾ ਕਿ ਬਹੁਤ ਸਾਰੇ ਆਗੂ ਹੋਰ ਵੀ ਇਸ ਪੂਰੀ ਕਾਰਵਾਈ ਦੇ ਵਿੱਚ ਗਲਤਾਨ ਹੋਏ ਨਜ਼ਰ ਆਉਣਗੇ ਜੇ ਅਸਲ ਤਰੀਕੇ ਦੇ ਨਾਲ ਕਾਰਵਾਈ ਹੁੰਦੀ ਅਗਲੇ ਦਿਨਾਂ ਦੇ ਵਿੱਚ। ਦੇਖੋ ਬਿਲਕੁਲ ਸਪਸ਼ਟ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਆ, ਤਕਰੀਬਨ 453 ਤਾਂ ਮੇਰਾ ਖਿਆਲ ਰਿਪੋਰਟ ਦੇ ਵਿੱਚ ਆ ਗਏ। 125 ਜਿਹੜੇ ਅਣਅਧਿਕਾਰਤ ਇੱਕ ਵਾਰੀ ਛਾਪੇ, 61 ਇੱਕ ਵਾਰੀ ਛਾਪੇ। ਇੱਕ ਰਿਪੋਰਟ ਦੇ ਵਿੱਚ ਇਹ ਹੈ ਕਿ 516 ਨੇ, ਬਲਕਿ ਕੁਝ ਜਿਹੜੇ ਸ਼੍ਰੋਮਣੀ ਕਮੇਟੀ ਦੇ ਨਾਲ ਬੜੇ ਗੂੜ੍ਹੀ ਤਰੀਕੇ ਦੇ ਨਾਲ ਜੁੜੇ ਹੋਏ ਨੇ ਲੋਕ, ਉਹ ਕਹਿੰਦੇ ਨੇ ਕਿ ਇਹ ਤਾਂ ਹਜ਼ਾਰਾਂ 'ਚ ਗਿਣਤੀ ਜਾਊਗੀ, ਕਿਉਂਕਿ ਇਹਦੇ ਵਿੱਚ ਰਿਪੋਰਟ ਨੇ ਸਾਫ਼ ਦੱਸਤਾ ਕਿ 2015-16 ਤੋਂ ਬਾਅਦ ਜਾ ਕੇ ਇਹਨਾਂ ਨੇ ਕਦੇ ਲੇਜ਼ਰ ਬੁੱਕ ਤੇ ਜਿਹੜਾ ਫਿਜ਼ੀਕਲੀ ਗੁਰੂ ਸਾਹਿਬ ਦੇ ਸਰੂਪਾਂ ਦਾ ਕਦੇ ਮਿਲਾਨ ਕੀਤਾ ਹੀ ਨਹੀਂ ਹੈ। ਹਾਂਜੀ, ਤੇ ਹੁਣ ਦੇਖੋ ਕਿੱਡੀ ਹਾਸੋਹੀਣੀ ਗੱਲ ਆ। ਇਹ ਵੈਸੇ ਤਾਂ ਤੁਹਾਨੂੰ ਯਾਦ ਹੋਊਗਾ ਜਥੇਦਾਰ ਭਾਈ ਰਣਜੀਤ ਸਿੰਘ ਨੇ, ਜਿਹੜੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਨੇ, ਸਾਬਕਾ ਜਥੇਦਾਰ ਨੇ, ਉਹਨਾਂ ਨੇ ਬਹੁਤ ਦੇਰ ਪਹਿਲਾਂ ਇਹ ਕਹਿਤਾ ਸੀ ਵੀ ਆਉਣ ਵਾਲੇ ਸਮੇਂ 'ਚ ਇਹ ਹੋਣਾ, ਇਹ ਕਿਹਾ ਜਾਣਾ ਕਿ ਸਾਰਾ ਕੁਝ ਠੀਕ ਠਾਕ ਹੈ, ਗੁਰੂ ਸਾਹਿਬ ਦੇ ਸਰੂਪ ਕਿਤੇ ਨਹੀਂ ਗਏ, ਸਿਰਫ ਲੇਜ਼ਰ ਬੁੱਕਾਂ 'ਚ ਹੇਰ-ਫੇਰ ਸੀ। ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਦਮਦਮਾ ਸਾਹਿਬ ਬੋਲੀ, ਮੀਡੀਆ ਦੇ ਵਿੱਚ ਚਰਚਾ 'ਚ ਆਈ। ਚਲੋ ਉਹ ਉਹਨਾਂ ਨੇ ਕਿਹਾ ਮੇਰੇ ਬਿਆਨ ਨੂੰ ਤਰੋੜਿਆ ਮਰੋੜਿਆ, ਸਾਨੂੰ ਨਹੀਂ ਪਤਾ ਕਿਹਨੇ ਤਰੋੜਿਆ ਮਰੋੜਿਆ, ਤੇ ਪਰ ਉਹਨਾਂ ਨੇ ਰਿਪੋਰਟ ਜਿਹੜੀ ਆ ਕਰਵਾ ਦਿੱਤੀ। ਇਸ ਕਰਕੇ ਅਸੀਂ ਉਹਨਾਂ ਨੂੰ, ਹੁਣ ਗੱਲ ਤਾਂ ਇਹ ਆ ਵੀ ਉਹੀ ਗੱਲ ਜਿਹੜੀ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਨੇ 2 ਮਹੀਨੇ ਪਹਿਲਾਂ, ਉਹੀ ਗੱਲ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਿਹੜੀ ਅੰਤਰਿਮ ਕਮੇਟੀ ਕਹਿ ਰਹੀ ਹੈ ਕਿ ਇਹਦਾ ਲੇਜ਼ਰ ਬੁੱਕਾਂ ਦੀ ਜਿਹੜੀ ਹੈ ਹੇਰ-ਫੇਰ। ਜੇ ਲੇਜ਼ਰ ਬੁੱਕਾਂ ਦੀ ਹੇਰ-ਫੇਰ ਆ ਫਿਰ ਡਿਸਮਿਸ ਕਾਹਨੂੰ ਕਰਨੇ ਨੇ? ਜੇ ਇੰਨੀ ਕੁ ਇਹ ਮਤਲਬ ਤੁਸੀਂ ਇਹ ਦੇਖੋ, ਉਹਨਾਂ ਦਾ ਕਹਿਣ ਦਾ ਮਤਲਬ ਵੀ ਇਹ ਤਾਂ ਕੋਈ ਛੋਟੀ ਜਿਹੀ ਗੱਲ ਆ, ਐਵੇਂ ਕੋਈ ਮਤਲਬ ਇਹਨੂੰ ਫਿਰ ਤੁਸੀਂ ਮਾਫੀ ਕਿਹੜੀ ਗੱਲ 'ਤੇ ਮੰਗ ਰਹੇ ਹੋ? ਜੇ ਲੇਜ਼ਰ ਬੁੱਕਾਂ ਦੀ ਹੇਰਾਫੇਰੀ ਹੈ, ਉਹ ਤੁਸੀਂ ਸਜ਼ਾ ਦੇਤੀ, ਫਿਰ ਅੰਤਰਿਮ ਕਮੇਟੀ ਅਕਾਲ ਤਖ਼ਤ ਤੇ ਜਿਹੜੀ ਹੈ ਪੇਸ਼ ਹੋਣ ਵਾਸਤੇ ਕਾਹਦੇ ਵਾਸਤੇ ਜਾ ਰਹੀ ਹੈ? ਇਹਦਾ ਮਤਲਬ ਤੁਹਾਡੀ ਆਤਮਾ 'ਤੇ ਤਾਂ ਬੋਝ ਪੈ ਰਿਹਾ ਹੈ ਕਿ ਅਸੀਂ ਗੁਰੂ ਨਾਲ ਵੀ ਝੂਠ ਬੋਲ ਰਹੇ ਹਾਂ ਤੇ ਪੰਥ ਨਾਲ ਵੀ ਝੂਠ ਬੋਲ ਰਹੇ ਹਾਂ। ਤੋ ਇਸ ਕਰਕੇ ਅਸੀਂ ਅਕਾਲ ਤਖ਼ਤ ਕੋਲੋਂ ਜਾ ਕੇ ਮਤਲਬ ਮਾਫੀ ਮੰਗ ਕੇ ਆਪਣਾ ਸੁਰ ਕਰੋ ਜੀ, ਇੱਦਾਂ ਨਹੀਂ ਹੋਣੀ ਗੱਲ ਇਹ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਨੇ, ਪਹਿਲਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਪਹਿਲਾਂ ਬਿਆਨ ਆ ਜਾਂਦਾ ਕਿ 267 ਸਰੂਪਾਂ ਦਾ ਜਦੋਂ ਮਾਮਲਾ ਪਹਿਲਾਂ ਉਜਾਗਰ ਹੋਇਆ ਕਿ ਸਰੂਪ ਛਪੇ ਨਹੀਂ, ਇੱਦਾਂ ਦੀਆਂ ਗੱਲਾਂ ਸੁਰਖੀਆਂ ਦੇ ਵਿੱਚ ਆਈਆਂ, ਬਹੁਤ ਵੱਡੇ ਪੱਧਰ 'ਤੇ ਉਹਨਾਂ ਦਾ ਬਿਆਨ ਦੇਖਿਆ ਗਿਆ। ਬਾਅਦ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਤੋੜ ਮਰੋੜ ਕੇ ਮੇਰਾ ਬਿਆਨ ਪੇਸ਼ ਕੀਤਾ ਗਿਆ। ਹੁਣ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰ ਦਿੱਤੀ ਆ। ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਮੇਰੇ ਤੋਂ ਬਹੁਤ ਵੱਡੀ ਸੇਵਾ ਲਈ ਹੈ ਇਸ ਸਮੇਂ ਦੇ ਦੌਰਾਨ, ਕਿਉਂਕਿ ਬਹੁਤ ਵੱਡਾ ਮਨ 'ਤੇ ਬੋਝ ਸੀਗਾ ਵੀ ਇੰਨੇ ਵੱਡੇ ਤੌਰ 'ਤੇ ਅਣਗਹਿਲੀ ਹੋ ਰਹੀ ਹੈ ਤੇ ਕੋਈ ਕਾਰਵਾਈ ਨਹੀਂ ਹੋਈ। ਤੇ ਅਸੀਂ ਕਹਿੰਦੇ ਹੁਣ 75% ਦੀ ਜਿਹੜਾ ਕੋਹਲੀ ਹੈ, ਜਿਹਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਗਈ ਸੀ ਇਹਦੀ ਆਡਿਟ ਕਰਨ ਦੀ ਦਿੱਤੀ ਗਈ ਸੀ, ਤਾਂ ਉਹਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ 75% ਦੀ ਪੈਸੇ ਵਾਪਸ ਮੰਗ ਲਏ। ਕਿਵੇਂ ਦੇਖਦੇ ਹੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਬਿਆਨ ਦੇ ਰਹੇ? ਦੇਖੋ ਬਿਆਨ ਤਾਂ ਉਹ ਬੜੇ ਸੋਹਣੇ ਦਿੰਦੇ ਨੇ, ਇਹ ਪਹਿਲਾ ਬਿਆਨ ਨਹੀਂ ਹੈਗਾ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬਿਆਨ ਤਾਂ ਬੜੇ ਚੰਗੇ ਦਿੰਦੇ ਨੇ। ਪਰ ਹੁਣ ਮਸਲਨ ਇਹ ਆ ਕਿ ਤੁਸੀਂ ਜਾਂਚ ਕਰਾਈ, ਤੁਹਾਡੀ ਜਾਂਚ ਨੇ ਦੋਸ਼ੀ ਦੱਸ ਦਿੱਤੇ। ਇਸ ਵਕਤ ਜੋ ਗੱਲ ਹੈ ਜਿਹੜਾ ਕੋਹਲੀ ਤੇ ਕੀਤਾ, ਅਸੀਂ ਹੱਟ ਹੈ, ਮੈਂ ਨਹੀਂ ਇਹ ਕਹਿੰਦਾ ਹੈਗਾ ਵੀ ਅਸੀਂ ਨੈਗੇਟਿਵ ਹੀ ਬੋਲਣਾ। ਮੈਂ ਸਿਰਫ ਪਿਛਲੀ ਵਾਰ ਵੀ ਕਿਹਾ, ਜਿੰਨੀਆਂ ਮੈਂ ਪ੍ਰੈਸ ਦੇ ਵਿੱਚ ਬੋਲਿਆ, ਮੈਂ ਕਿਹਾ ਵੀ ਜੋ ਕੋਹਲੀ ਦੇ ਉੱਤੇ ਇਹਨਾਂ ਨੇ ਕਾਰਵਾਈ ਕੀਤੀ ਆ, ਪਰ ਹੁਣ ਕੀ ਪਤਾ ਜੇ ਐਡੇ ਵੱਡੇ ਗੱਲ ਤੋਂ ਮੁੱਕਰ ਕੇ ਕੱਲ ਨੂੰ ਕੋਹਲੀ ਵਾਲੇ ਤੇ ਮੁੱਕਰ ਜਾਣਗੇ, ਮੈਨੂੰ ਤਾਂ ਇਹ ਲੱਗਦਾ। ਬਿਲਕੁਲ ਇਸੇ ਗੱਲ ਤੇ ਬਿਆਨ ਇਸ ਕਰਕੇ ਅਸੀਂ ਪ੍ਰਤੱਖ ਤੌਰ ਤੇ ਅਸੀਂ ਤੁਹਾਡਾ ਬਿਆਨ ਲੈਣਾ ਚਾਹੁੰਦੇ ਹਾਂ, ਕਿਉਂਕਿ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਕੋਹਲੀ ਜਿਹੜੇ ਐਂਟਰਪ੍ਰਾਈਜ਼ਰ ਆ ਉਹਨਾਂ ਨੂੰ ਸਿਆਸੀ ਸ਼ੈ ਹੈ, ਉਹ ਸਾਫ਼ ਤੌਰ ਤੇ ਜਿਹੜੇ ਬਿਆਨਬਾਜ਼ੀ ਹੋ ਰਹੀ ਹੈ ਕਹਿੰਦੇ ਇਹ ਤੋਂ ਵੀ ਮੁੱਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਮੈਂਬਰ। ਉਹ ਲੱਗ ਰਿਹਾ ਜੀ ਕਿਉਂਕਿ 7.5 ਕਰੋੜ ਰੁਪਈਆ ਉਹਨੂੰ ਪਾਇਆ ਗਿਆ ਤੇ ਉਹਦੀ 75% ਜਿਹੜਾ ਉਹਦਾ ਮਤਲਬ ਕਿਹਾ ਵੀ ਇਹਨੇ ਬਿਲਕੁਲ ਠੀਕ ਹੈ ਗੱਲ, ਕੰਮ ਤਾਂ ਉਹਨੇ ਧੇਲੇ ਦਾ ਵੀ ਨਹੀਂ ਕੀਤਾ, ਉਹਨੂੰ ਇੰਨੇ ਤਨਖਾਹ ਦੇਣ ਦਾ ਕੋਈ ਮਤਲਬ ਨਹੀਂ ਸੀ ਬਣਦਾ ਹੈ।
ਇਹ ਤਾਂ ਗੱਲ ਅੱਜ ਦੇ ਨਹੀਂ ਅਸੀਂ ਰੌਲਾ ਪਾ ਰਹੇ, ਬੜੇ ਈਵਨ ਜਿਹੜੇ ਇਹਨਾਂ ਦੇ ਜੁੜੇ ਹੋਏ ਬਾਦਲ ਦਲ ਦੇ ਮੈਂਬਰ ਨੇ ਉਹ ਵੀ ਰੌਲਾ ਪਾਉਂਦੇ ਸੀਗੇ। ਪਰ ਹੁਣ ਮੈਨੂੰ ਨਿੱਜੀ ਤੌਰ ਤੇ ਖਦਸ਼ਾ ਹੈ ਕਿ ਜਦੋਂ 10 ਦਿਨ ਦੇ ਵਿੱਚ ਇਸ ਗੱਲ ਤੋਂ ਮੁੱਕਰ ਗਏ, ਫੌਜਦਾਰੀ ਕੇਸ ਵੀ ਅਸੀਂ ਦਰਜ ਨਹੀਂ ਕਰਾਉਣੇ, ਤਾਂ ਕੋਹਲੀ ਤੋਂ ਮੁੱਕਰਨਾ ਕੀ ਔਖਾ ਇਹਨਾਂ ਨੂੰ। ਉਹ ਤਾਂ ਕਹਿ ਹੀ ਦੇਣਾ ਕਿ ਕੋਹਲੀ ਤਾਂ ਸਾਡਾ ਬਹੁਤ, ਜਿੰਨਾ ਕੋਹਲੀ ਸਾਨੂੰ ਚੰਗਾ ਕੰਮ ਕਰਕੇ ਦਿੰਦਾ ਹੋਰ ਕੋਈ ਬੰਦਾ ਹੀ ਨਹੀਂ ਇੱਥੇ ਹੈਗਾ ਜਿਹੜਾ ਸਾਨੂੰ ਜਿਹਨੇ ਇੰਨਾ ਵਧੀਆ ਕੰਮ ਕਰਕੇ ਦਿੱਤਾ ਹੋਵੇ। ਇਸ ਕਰਕੇ ਹੁਣ ਮੇਰਾ ਖਿਆਲ ਹੈ ਕਿ ਰੈਪੂਟੇਸ਼ਨ ਦਾ ਸਵਾਲ ਹੈ ਗਿਆਨੀ ਹਰਪ੍ਰੀਤ ਸਿੰਘ ਦਾ। ਹੁਣ ਭੂਮਿਕਾ ਦੇਖੀ ਜਾਣੀ ਹੈ ਇੱਥੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ। ਹੁਣ ਉਹਨਾਂ ਨੇ ਜਿੱਡੇ ਬਿਆਨ ਦੇ ਕੇ ਆਪਣਾ ਇੱਕ ਟਰੈਕ ਰਿਕਾਰਡ ਬਣਾਇਆ। ਤਕਰੀਬਨ ਜਿਹੜੇ ਲੋਕੀ ਵਿਰੋਧ ਵੀ ਕਰਦੇ ਸੀ ਉਹਨਾਂ ਨੇ ਵੀ ਕਿਤੇ ਕਹਿੰਦੇ ਸੀ ਵੀ ਬੜੇ ਚੰਗੇ ਬਿਆਨ ਦਿੰਦੇ। ਹੁਣ ਅਸੀਂ ਦੇਖਾਂਗੇ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਿੰਨਾ ਕੁ ਦਮ ਰੱਖਦੇ ਨੇ ਇਸ ਗੱਲ 'ਤੇ, ਕਿਉਂਕਿ ਅਕਾਲ ਤਖਤ ਦੀ ਰਿਪੋਰਟ, ਅਕਾਲ ਤਖਤ ਵੱਲੋਂ ਇਹ ਕਿਹਾ ਜਾਣਾ ਕਿ ਇਹਨਾਂ 'ਤੇ ਮੁਕੱਦਮੇ ਦਰਜ ਕਰਾਓ, ਤੇ ਉਹਨਾਂ ਦੇ ਆਰਡਰ ਨੂੰ ਉਹਨਾਂ ਦੀ ਸ਼੍ਰੋਮਣੀ ਕਮੇਟੀ ਨੇ ਜਿਹੜਾ ਚੈਲੰਜ ਕਰ ਦਿੱਤਾ ਉਹ ਮੁੱਕਰ ਗਈ। ਤੇ ਜਦੋਂ ਹੁਣ ਉਹ ਮੁੱਕਰ ਗਈ ਤੇ ਹੁਣ ਅੱਗੇ ਗਿਆਨੀ ਜੀ ਕੀ ਸਟੈਂਡ ਲੈਂਦੇ ਨੇ ਇਹ ਦੇਖਣਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਬੜੀ ਹੈਰਾਨੀ ਹੁੰਦੀ ਹੈ ਕਿ ਬਿਆਨਬਾਜ਼ੀ ਅੱਜ ਕੱਲ੍ਹ ਇੰਨੀ ਹੌਲੀ ਹੋ ਗਈ ਕਿ ਕੁਝ ਪਲਾਂ ਦੇ ਵਿੱਚ ਹੀ ਵਾਪਸ ਲਈ ਜਾਂਦੀ ਹੈ। ਨਹੀਂ ਤਾਂ ਅਕਾਲ ਤਖਤ ਤੋਂ ਜਿਹੜੇ ਫਰਮਾਨ ਹੁੰਦੇ ਸੀ ਉਹਨਾਂ 'ਤੇ ਸਿੱਧੇ ਤੌਰ 'ਤੇ ਅਮਲ ਹੁੰਦਾ ਸੀ, ਵੱਡੀ ਕਾਰਵਾਈ ਵੀ ਹੁੰਦੀ ਸੀ। ਪਰ ਅੱਜ ਕੱਲ੍ਹ ਮੈਨੂੰ ਲੱਗਦਾ ਨਹੀਂ ਕਿ ਉਸ ਤਰੀਕੇ ਦੇ ਨਾਲ ਉਹਨਾਂ ਬਿਆਨਾਂ ਨੂੰ ਜਾਂ ਉਹ ਜਿਹੜੇ ਆਪਾਂ ਕਹਿ ਲਈਏ ਹੁਕਮਨਾਮੇ ਜਾਰੀ ਹੁੰਦੇ ਨੇ ਉਹਨਾਂ 'ਤੇ ਅਮਲ ਕੀਤਾ ਜਾਂਦਾ। ਤੁਸੀਂ ਕਿਵੇਂ ਦੇਖਦੇ ਹੋ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ, ਉਸ ਤੋਂ ਬਾਅਦ ਭਾਈ ਰੂਪ ਸਿੰਘ ਜਿਹੜੇ ਆਪਣਾ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦਿੰਦੇ ਨੇ। ਦੂਜੇ ਪਾਸੇ ਅਸੀਂ ਗੱਲ ਕਰੀ ਤਾਂ ਇਹ ਸਾਰਾ ਤਾਣਾ ਬਾਣਾ ਜਿਹੜਾ ਹੈ, ਤੁਹਾਨੂੰ ਲੱਗਦਾ ਕੀ ਹੈ ਕਿ ਕਾਰਨ ਕੀ ਬਣ ਰਹੇ ਨੇ ਇਸ ਵੇਲੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਕੰਮ ਕਰ ਰਹੀ ਸੀ ਕਿ ਉਸ ਕੰਮ ਦੇ ਵਿੱਚ ਲੰਮੇ ਸਮੇਂ ਤੋਂ ਕੋਈ ਨਾ ਕੋਈ ਘਾਟ ਸੀਗੀ, ਜਾਂ ਫਿਰ ਇਹ ਜਿਹੜਾ ਨੈਤਿਕਤਾ ਦੇ ਆਧਾਰ 'ਤੇ ਕੁਝ ਅਸਤੀਫੇ ਆਏ ਨੇ ਉਹਨਾਂ ਦੇ ਕੀ ਮਤਲਬ ਇਸ ਵੇਲੇ ਜਾਂ ਮਾਇਨੇ ਨਿਕਲਦੇ ਨੇ? ਨੈਤਿਕਤਾ ਤਾਂ ਖੈਰ ਉਹੀ ਦੱਸ ਸਕਦੇ ਨੇ ਵੀ ਉਹਨਾਂ ਨੇ ਕਿਹੜੀ ਨੈਤਿਕਤਾ ਦਾ ਪੈਮਾਨਾ ਬਣਾ ਕੇ ਅਸਤੀਫੇ ਜਿਹੜੇ ਦਿੱਤੇ ਨੇ। ਤੇ ਕਿਉਂਕਿ ਕੋਈ ਹਜੇ ਤੱਕ ਅਜਿਹੀ ਕੋਈ ਗੱਲ ਨੈਤਿਕਤਾ ਵਾਲੀ ਦਿਖੀ ਨਹੀਂ। ਰਹੀ ਗੱਲ ਤੁਸੀਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਵਾਲ ਕੀਤਾ, 2013-14 ਤੋਂ ਮੈਂ ਰੌਲਾ ਪਾਉਂਦਾ ਆ ਰਿਹਾ। ਅਸਲ ਦੇ ਵਿੱਚ ਤੁਸੀਂ ਰਿਕਾਰਡ ਕਰਕੇ ਦੇਖ ਲਓ ਪੂਰੇ 100 ਸਾਲ ਦਾ ਮੇਰਾ ਜਿੰਨਾ ਕੁ ਤਜਰਬਾ, ਸਵਰਗੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜਿੰਨਾ ਇਸ ਕਮੇਟੀ ਦਾ ਬਰਬਾਦੀ, ਜਿੰਨੀ ਇਸ ਕਮੇਟੀ ਦੀ ਲੁੱਟ ਮਚਾਈ, ਕਿਉਂਕਿ ਮੈਂ ਉਹਦਾ ਇੱਕ ਪ੍ਰਤੱਖਦਰਸ਼ੀ ਹਾਂ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇਹਨਾਂ ਨੇ ਕਰੋੜਾਂ ਰੁਪਇਆ ਦਾ ਜ਼ਮੀਨ ਜਿਹੜੀ ਆ ਉੱਥੇ ਕਰੋੜਾਂ ਰੁਪਇਆ ਗੁਰਦੁਆਰੇ ਦਾ ਬਰਬਾਦ ਕੀਤਾ। ਦੂਜਾ ਸਾਡੇ ਗੁਆਂਢ 'ਚ ਅੰਬ ਸਾਹਿਬ ਸੀ। ਇਹ ਦੋ ਮਸਲੇ ਬੜੇ ਚਰਚਾ ਦੇ। ਅਸਲ ਵਿੱਚ ਉੱਥੋਂ ਪਿਰਤ ਪਈ। ਤੁਸੀਂ ਇਹਨਾਂ ਦੇ ਐਜੂਕੇਸ਼ਨ ਅਦਾਰਿਆਂ ਦੇ ਵਿੱਚ ਦੇਖੋ, ਅੱਜ ਉਹ ਬੰਦੇ ਗੁਰੂ ਘਰ ਦਾ ਧਨ ਖਾ ਕੇ ਇਹੋ ਜਿਹੇ ਰੋਗ ਲੱਗੇ ਸੰਸਾਰ 'ਤੇ ਨਹੀਂ ਰਹੇ। ਅਸੀਂ ਤਾਂ ਲੋਕਾਂ ਨੂੰ ਕਹਿੰਦੇ ਵੀ ਡਰ ਕੇ ਰਹੀਏ ਗੁਰੂ ਦੇ ਧਨ ਤੋਂ। ਗੁਰ ਕੇ ਧਨ ਕੋ ਜੋ ਨਰ ਹਿਰ ਹੈ ਹਰ ਤੇਜ ਭਪੂਤੇ ਨਰ ਬਨ ਹੈ, ਇਹ ਤਾਂ ਸਿਧਾਂਤ ਕਹਿੰਦਾ। ਪਰ ਕਿਵੇਂ ਇਹਨਾਂ ਨੇ ਬਿਲਡਿੰਗਾਂ ਦੇ ਵਿੱਚੋਂ ਫਤਿਹਗੜ੍ਹ ਸਾਹਿਬ ਅਸੀਂ ਤਾਂ ਉੱਥੇ ਦੇਖਿਆ। ਤਾਂ ਇਸ ਕਰਕੇ ਇਹ ਅੱਜ ਨਹੀਂ, ਕਮਿਸ਼ਨ ਖੋਰੀ ਇੰਨੀ ਭਾਰੂ ਹੋ ਚੁੱਕੀ ਆ ਕਿ ਥੋੜ੍ਹੀ ਗੱਲ ਦੇ ਵਿੱਚੋਂ ਇਹ ਜਿਹੜੇ ਨੇ ਇਹ ਸੈਟਿੰਗਾਂ ਕਰਦੇ ਨੇ। ਇੰਨੀਆਂ ਮੋਟੀਆਂ ਤਨਖਾਹਾਂ ਲੈ ਕੇ ਵੀ ਇਹਨਾਂ ਲੋਕਾਂ ਦੇ ਢਿੱਡ ਨਹੀਂ ਭਰਦੇ। ਮੈਂ ਤਾਂ ਹੈਰਾਨ ਆ ਕਿ ਕੀ ਇਹਨਾਂ ਦਾ ਮਤਲਬ ਜਿਹੜਾ ਹੈਗਾ ਕਿਸ ਪਾਸੇ ਨੂੰ ਇਹ ਲੈ ਕੇ ਜਾ ਰਹੇ ਨੇ। ਭਾਈ ਸਾਹਿਬ, ਇਸ ਸਾਰੇ ਮਾਮਲੇ ਦੇ ਵਿਚਾਲੇ ਇੱਕ ਬਹੁਤ ਦੁਖਦਾਈ ਖਬਰ ਵੀ ਸੁਣਨ ਨੂੰ ਮਿਲੀ ਕਿ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਜੀ ਆਪਣੇ ਵਿੱਚ ਨਹੀਂ ਰਹੇ। ਉਹਨਾਂ ਦੀ ਭੂਮਿਕਾ ਬੜੀ ਸਤਿਕਾਰਯੋਗ ਰਹੀ ਹੈ, ਜਿੱਥੇ ਉਹਨਾਂ ਨੇ ਕੰਮ ਕੀਤਾ ਉਹ ਕਾਫੀ ਸ਼ਲਾਘਾਯੋਗ ਰਿਹਾ। ਪਰ ਉਹਨਾਂ ਦਾ ਚਲਾਣਾ ਜਿਹੜਾ ਕਿ ਹੁਣ ਉਹਨੂੰ ਇਸ ਪੂਰੇ ਘਟਨਾਕ੍ਰਮ ਦੇ ਨਾਲ ਜੋੜਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਬੋਝ ਪਾਇਆ ਜਾ ਰਿਹਾ ਸੀ, ਸਾਰੀ ਜ਼ਿੰਮੇਵਾਰੀ ਉਹਨਾਂ 'ਤੇ ਸੁੱਟੀ ਜਾ ਰਹੀ ਸੀ। ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਜਿਹੜਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ, ਜਿਹੜਾ ਪਰਮਾਤਮਾ ਨੇ ਸਾਨੂੰ ਜਿੰਨੇ ਸਵਾਸ ਦੇਣੇ ਨੇ ਤੇ ਉਹਦੇ ਵਿੱਚ ਇੱਕ ਰਾਈ ਜਿੰਨਾ ਵੀ ਜਿਹੜਾ ਵੱਧ ਘੱਟ ਨਹੀਂ ਹੋਣੀ। ਹਰ ਬਿਨ ਕੋਈ ਮਾਰ ਜੀ ਬਾਲ ਨਾ ਸਕੈ। ਇਹ ਤਾਂ ਗੱਲ ਬਹੁਤ ਦੁਨੀਆ ਇੱਥੇ ਹੈਗੀ ਜਿਹੜੀ ਭਿਆਨਕ ਤੋਂ ਭਿਆਨਕ ਰੋਗ ਲੱਗਿਆਂ ਤੋਂ ਬਾਅਦ ਵੀ ਇੱਥੇ ਜੀਵਤ ਨੇ। ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਜਿੱਥੋਂ ਤੱਕ ਉਹਨਾਂ ਦੀ ਗੱਲ ਰਹੀ ਕੰਮ ਕਰਨ ਦੀ, ਦੇਖੋ ਪਹਿਲਾਂ ਮੈਨੂੰ ਵੀ ਬੜਾ ਇਤਰਾਜ਼ ਹੁੰਦਾ ਸੀ ਜਦੋਂ ਉਹਨਾਂ ਦਾ ਅਸੀਂ ਸੁਣਦੇ ਸੀ 3 ਲੱਖ ਰੁਪਈਆ ਉਹਨਾਂ ਨੂੰ ਤਨਖਾਹ ਜਿਹੜੀ ਦਿੱਤੀ ਗਈ। ਅੱਜ ਵੀ ਮੈਂ ਕਹਿੰਦਾ ਕਿ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਇੰਨਾ ਮਹਿੰਗਾ ਮਤਲਬ ਰੱਖਣਾ ਕੋਈ ਉਹਦੇ 'ਤੇ ਮੁਲਾਜ਼। ਪਰ ਉਹਦੇ ਬਾਅਦ ਉਹਨਾਂ ਦਾ ਜਿਹੜਾ ਅਸੀਂ ਦੇਖਿਆ ਕਿ ਰਤਵਾੜਾ ਸਾਹਿਬ ਦੇ ਵਿੱਚ ਉਹਨਾਂ ਨੇ ਇੱਕ ਬਿਰਧ ਆਸ਼ਰਮ ਚਲਾਇਆ ਹੋਇਆ ਸੀ। ਉਸ ਤੋਂ ਇਲਾਵਾ ਕਿ ਉਹ ਜਦੋਂ ਆਏ ਇੰਡੀਅਨ ਐਕਸਪ੍ਰੈਸ ਦੀ 8 ਲੱਖ ਦੀ ਨੌਕਰੀ ਛੱਡ ਕੇ ਆਏ। ਤਾਂ ਇਸ ਕਰਕੇ ਇਹਦਾ ਮਤਲਬ ਜੇ ਇੰਡੀਅਨ ਐਕਸਪ੍ਰੈਸ ਵਰਗੇ ਇੱਕ ਨਿਊਜ਼ਪੇਪਰ ਦੇ ਵਿੱਚ ਉਹਨਾਂ ਨੂੰ ਇੱਕ ਥਾਂ ਮਿਲੀ ਹੋਈ ਸੀ, ਬੈਂਕ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਤਾਂ ਇੱਕ ਇੰਟੈਕਚੁਅਲ ਮੈਨੂੰ ਲੱਗਦਾ ਕਿ ਅਸੀਂ ਇਹੋ ਜਿਹਾ ਸ਼ਖਸ ਖੋਲ੍ਹਿਆ ਕਿ ਜਿਹਦੀ ਹਜੇ ਕੌਮ ਨੂੰ ਲੋੜ ਸੀ, ਇਹਨਾਂ ਦਿਨਾਂ ਦੇ ਵਿੱਚ ਲੋੜ ਸੀ ਕਿ ਇਹੋ ਜਿਹੇ ਵਿਦਵਾਨ ਪੁਰਸ਼ ਜਿਹੜੇ ਸਾਨੂੰ। ਬਾਕੀ ਮੈਨੂੰ ਇਹ ਲੱਗਦਾ ਸੀ ਕਿ ਜੇ ਜਿਸ ਤਰ੍ਹਾਂ ਉਹਨਾਂ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੁੱਕਰ ਗਈ, ਜੇ ਸ਼ਾਇਦ ਪ੍ਰਮਾਤਮਾ ਉਹਨਾਂ ਨੂੰ ਸਮਾਂ ਦਿੰਦਾ ਤਾਂ ਉਹ ਸ਼ਖਸ ਸਾਡੇ ਕੋਲ ਇੱਕ ਅਜਿਹਾ ਸ਼ਖਸ ਸੀ
ਕਿ ਇਹਨਾਂ ਦੇ ਮੁੱਕਰਿਆਂ ਤੋਂ ਬਾਅਦ ਵੀ ਇਹਨਾਂ ਦੇ ਪਰਦੇ ਜਿਹੜੇ ਸੀ ਉਹਨਾਂ ਦੇ ਕੋਲ ਬਹੁਤ ਵੱਡੇ ਪੱਧਰ ਤੇ ਸੀ। ਤੇ ਦੂਸਰੀ ਗੱਲ ਇਹ ਬਿਲਕੁਲ ਸਾਫ਼ ਲੱਗ ਰਿਹਾ ਹੈ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਵਾਲੇ ਮਾਮਲੇ ਦੇ ਵਿੱਚ ਅਸੀਂ ਨਿੱਜੀ ਤੌਰ ਤੇ ਉਹਨਾਂ ਨੂੰ ਪੁੱਛਿਆ ਵੀ ਹੈ। ਅੱਜ ਉਹ ਦੁਨੀਆ 'ਚ ਨਹੀਂ ਰਹੇ, ਤਕਰੀਬਨ 15-20 ਦਿਨ ਪਹਿਲਾਂ ਉਹ ਰਤਵਾੜਾ ਸਾਹਿਬ ਆਏ ਸੀ ਢੀਂਡਸਾ ਸਾਹਿਬ ਦੇ ਨਾਲ। ਉੱਥੇ ਬੈਠਿਆਂ ਮੈਨੂੰ ਉਹਨਾਂ ਨੇ ਗੱਲ ਕੀਤੀ, ਕਹਿੰਦੇ ਜੀ ਮੈਂ ਤੁਹਾਡੀਆਂ ਵੀਡੀਓ ਬਹੁਤ ਸੁਣਦਾ ਰਹਿਣਾ, ਬਹੁਤ ਅੱਛਾ ਤੁਸੀਂ ਬੋਲਦੇ ਹੋ। ਮੈਂ ਕਿਹਾ ਸਕੱਤਰ ਸਾਹਿਬ ਅਸੀਂ ਚਲੋ, ਤੇ ਅਸੀਂ ਕਿਹਾ ਤੁਸੀਂ ਨਹੀਂ ਬੋਲਦੇ, ਤੁਸੀਂ ਕੁਝ ਬੋਲਦੇ ਨਹੀਂ, ਬਲਕਿ ਮੈਂ ਦੁਨੀਆ ਸੁਣ ਰਹੀ ਹੈ। ਅਸੀਂ ਉਹਨਾਂ ਨੂੰ ਟੀਚਰ 'ਚ ਵੀ ਇਹ ਗੱਲ ਕਹੀ, ਦੇਖਿਓ ਕਹਿੰਦੇ ਤੁਹਾਡਾ ਤਾਂ ਨਹੀਂ ਕੋਈ ਲੈਣ ਦੇਣ ਹੈਗਾ, ਸਾਨੂੰ ਦੱਸ ਦਿਓ ਹੁਣ। ਉਹ ਕਹਿੰਦੇ ਨਹੀਂ ਮੇਰਾ ਕੋਈ ਲੈਣ ਦੇਣ ਨਹੀਂ। ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਦਾ ਨਾਂ ਆਇਆ, ਫਿਰ ਉਹਨਾਂ ਨੇ ਭਾਈ ਰਣਜੀਤ ਸਿੰਘ ਜੀ ਨਾਲ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਵੀ ਅਸੀਂ ਇਹ ਮਹਿਸੂਸ ਕੀਤਾ ਕਿ ਜਦੋਂ ਫਿਰ ਇਹਨਾਂ ਨੇ ਦੇਖਿਆ ਵੀ ਸਾਡੇ ਬੰਦੇ ਇੰਨੇ ਟੰਗੇ ਗਏ, ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਇਹਨਾਂ ਦੀ ਇੱਕ ਕਿਤਾਬ ਲਿਖੀ ਸੀ ਪਿੱਛੇ ਜੇ, ਤੇ ਜਿਵੇਂ ਹੁਣ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂ ਬੈਠਾ, ਜਿੰਨੀ ਗੱਲ ਤੁਹਾਨੂੰ ਤੱਥਾਂ ਦੇ ਨਾਲ ਜਾਂ ਜਿੰਨੀ ਜਾਣਕਾਰੀ ਮੇਰੀ ਆ ਉਹ ਬਾਹਰਲਾ ਬੰਦਾ ਨਹੀਂ ਦੇ ਸਕਦਾ। ਉਹ ਅਸੀਂ ਸਮਝਦੇ ਸਾਡੇ ਨਾਲੋਂ ਵੀ ਉਹ ਤਾਂ ਇੱਕ ਹੈੱਡ ਆਫ ਦੀ ਡਿਪਾਰਟਮੈਂਟ ਰਹੇ ਜਿਨ੍ਹਾਂ ਦੇ ਥੱਲੇ ਸਾਰਾ ਕੁਝ ਚੱਲਦਾ ਸੀ। ਅਖੀਰ ਉਹਨੇ ਨੌਕਰੀ ਕਿਉਂ ਛੱਡੀ? ਇਸ ਕਰਕੇ ਛੱਡੀ ਵੀ ਉਹਨਾਂ ਦੀ ਤੋਬਾ ਹੋ ਗਈ ਵੀ ਮੈਂ ਸਿਆਸੀ ਬੰਦਿਆਂ ਦਾ ਨੌਕਰ ਬਣ ਕੇ, ਮਤਲਬ ਜਿਹੜਾ ਇੱਕ ਬੰਦਾ ਬੁੱਧੀਜੀਵੀ ਬੰਦਾ ਹੁੰਦਾ, ਜਿਹੜਾ ਆਪਣੀ ਦਮ ਤੇ ਜ਼ਿੰਦਗੀ 'ਚ ਜਿਹਨੇ ਕੁਛ ਕੀਤਾ ਹੁੰਦਾ, ਕਾਮਯਾਬ ਹੋਇਆ ਹੁੰਦਾ, ਉਹ ਨਹੀਂ ਕਿਸੇ ਦਾ ਗੁਲਾਮ ਬਣ ਸਕਦਾ। ਇਹ ਤਾਂ ਕੋਈ ਵਰਕਰ ਜਿਹੜੇ ਨੇ ਵਿਚਾਰੇ ਇਹਨਾਂ ਦੇ ਉਹੀ ਵਰਕਰੀ ਕਰ ਸਕਦੇ ਨੇ, ਉਹ ਛੱਡ ਕੇ ਚਲੇ ਗਿਆ। ਤੋ ਪਰ ਉਹਨੂੰ ਬਿਨਾਂ ਵਜ੍ਹਾ ਤੇ ਇਹਨਾਂ ਨੇ ਜਿਹੜਾ ਮਤਲਬ ਉਹਨੂੰ ਖਿੱਚਣ ਦੀ ਜਿਹੜੀ ਹੈ ਕੋਸ਼ਿਸ਼, ਤੁਸੀਂ ਨੋਟ ਕਰੋ ਕਿ ਜਦੋਂ ਉੱਥੇ ਗੱਲ ਹੋ ਰਹੀ ਹੈ, ਤੁਹਾਡੇ ਦੋ ਸਕੱਤਰ ਨੇ, ਇੱਕ ਰੂਪ ਸਿੰਘ ਤੇ ਹਰਚਰਨ ਸਿੰਘ, ਠੀਕ ਹੈ, ਚਲੋ ਰੂਪ ਸਿੰਘ ਵੀ ਕਹਿੰਦਾ ਮੇਰਾ ਕੋਈ ਕਸੂਰ ਨਹੀਂ, ਇਹ ਗੱਲ ਵਿਸ਼ਾ ਛੱਡ ਲਓ ਵੀ ਤੁਸੀਂ ਇੱਕ ਮੌਜੂਦਾ ਸੀ, ਇੱਕ ਨੂੰ ਛੱਡੇ ਨੂੰ ਵੀ 5 ਸਾਲ ਹੋ ਗਏ, 4 ਸਾਲ। ਇਹਨਾਂ ਨੇ ਰੂਪ ਸਿੰਘ ਦੀ ਗੱਲ ਘੱਟ ਕੀਤੀ, ਹਰਚਰਨ ਸਿੰਘ ਦੀ ਉੱਥੇ ਬਾਰ-ਬਾਰ ਕੀਤੀ। ਕਿਉਂਕਿ ਇਹਨਾਂ ਦਾ ਨਿਸ਼ਾਨਾ ਸੀ ਵੀ ਜਿੱਥੇ ਹੁਣ ਸਾਡੇ ਇੰਨੇ ਵੀ ਅਸੀਂ ਉਹਨਾਂ ਨੂੰ ਵੀ ਫਸਾਈਏ, ਆਪਣੇ ਵਿਰੋਧੀ ਨੂੰ ਫਸਾਈਏ। ਉਹ ਤਾਂ ਚਲੋ ਖੈਰ ਇਹਨਾਂ ਦੀ ਮਾਨਸਿਕਤਾ ਪਹਿਲੀ ਘੜੀ ਤੋਂ ਹੀ ਰਹਿੰਦੀ ਹੈ, ਚਾਹੇ ਇਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਜਿਹੜਾ। ਪਰ ਮੈਂ ਉਹਨਾਂ ਦੀ ਮੁੱਖ ਜਿਹੜੀ ਮੌਤ 'ਤੇ ਬੜਾ ਦੁੱਖ ਜ਼ਾਹਰ ਕਰਦਾ ਕਿ ਇੱਕ ਜਿਹੜਾ ਵਿਦਵਾਨ ਸੀ ਔਰ ਸਾਡੇ ਬੜੇ ਪਿਆਰ ਵਾਲੇ ਸੀ, ਬੜੇ ਸਾਡੇ ਮਿਲਣ ਵਾਲੇ ਸੀਗੇ, ਸਾਨੂੰ ਬੜਾ ਉਹਨਾਂ ਦਾ ਅਫਸੋਸ ਹੈ। ਬਿਲਕੁਲ, ਜਦੋਂ ਉਹਨਾਂ ਨੇ ਪੁਸਤਕ ਰਿਲੀਜ਼ ਕੀਤੀ ਸੀ ਉਦੋਂ ਸਾਡੀ ਵੀ ਉਹਨਾਂ ਦੇ ਨਾਲ ਵਾਰਤਾ ਹੋਈ ਸੀ। ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ ਬਹੁਤ ਕੁਝ ਉਣਤਾਈਆਂ ਜਿਹੜੀਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਨੇ। ਉਸ ਪੁਸਤਕ ਦੇ ਵਿੱਚ ਵੀ ਉਹਨਾਂ ਨੇ ਕੁਝ ਕੁ ਹੱਦ ਤੱਕ ਖੁਲਾਸੇ ਕੀਤੇ ਸੀ। ਹਾਲਾਂਕਿ ਇਹ ਵੀ ਜ਼ਿਕਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਕਿਤਾਬ ਲਿਖਣ ਦੀ ਤਿਆਰੀ ਦੇ ਵਿੱਚ ਸੀ, ਜਿਹਦੇ ਵਿੱਚ ਵੱਡੇ ਪੱਧਰ 'ਤੇ ਉਹਨਾਂ ਨੇ ਭੇਦ ਖੋਲ੍ਹਣੇ ਸੀ। ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ ਅਕਾਲ ਚਲਾਣਾ ਕਰ ਜਾਣਾ, ਤਾਂ ਮੈਨੂੰ ਲੱਗਦਾ ਬਹੁਤ ਵੱਡਾ ਘਾਟਾ ਪੈ ਗਿਆ। ਪਰ ਜੀ ਇਸ ਪੂਰੇ ਮਸਲੇ ਦੇ ਉੱਪਰ ਜੇ ਅਸੀਂ ਸਮਝਣਾ ਹੋਵੇ, ਤੁਹਾਨੂੰ ਕੀ ਲੱਗਦਾ ਕਿ ਸਿਆਸੀ ਸ਼ੈਅ 'ਤੇ ਹੋ ਰਿਹਾ ਸਾਰਾ ਕੁਝ, ਜਾਂ ਫਿਰ ਇਹਦੇ ਪਿੱਛੇ ਸਿਰਫ ਮਾਇਆ ਦਾ ਲੋਭ ਜਾਂ ਆਪਾਂ ਕਹਿ ਲਈਏ, ਜਾਂ ਮਾਇਆ ਦਾ ਇਸ ਵੇਲੇ ਦੌੜ ਲੱਗੀ ਹੋਈ ਜਿਹੜੀ ਉਹਨੂੰ ਮੁੱਖ ਮੰਨ ਲਈਏ? ਤੁਹਾਨੂੰ ਦੋ ਕਾਰਨਾਂ ਦੇ ਵਿੱਚ ਕੀ ਲੱਗਦਾ ਜਾ? ਸਿਆਸੀ ਸ਼ਾਇਦ ਤਾਂ ਉਹ ਹੁੰਦੀ ਹੈ ਜਿਹੜੀ ਪਰਿਓਰੇ ਜਦ ਕਬਜ਼ਾ ਹੀ ਸਿਆਸੀਆਂ ਦਾ, ਜਦ ਬੈਠੇ ਹੀ ਜਿਵੇਂ ਸੱਪ ਮਾਇਆ ਦੇ ਉੱਤੇ ਫਣ ਚੱਕ ਕੇ ਬੈਠਾ ਹੁੰਦਾ, ਬੈਠੀ ਸਿਆਸੀ ਨੇ। ਤੇ ਇਸ ਕਰਕੇ ਸ਼ਾਇਦ ਸ਼ੂ ਦਾ ਤਾਂ ਕੋਈ ਮਤਲਬ ਹੀ ਨਹੀਂ। ਜਿੰਨੀ ਗੱਲ ਇਹ ਖੁੱਲ੍ਹਣੀ ਸੀ, ਮੈਨੂੰ ਇਹ ਲੱਗਦਾ ਉਨੀ ਇਹ ਜਿਹੜਾ ਵੱਡੇ ਪੱਧਰ 'ਤੇ ਇਹ ਗੱਲ ਜਿਹੜੀ ਆ ਜਾਣੀ ਸੀ। ਤੇ ਉਹਦੇ ਵਿੱਚ ਜਿਹੜੇ ਲੋਕ ਇਸ ਟਾਈਮ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰੀ ਬੈਠੇ ਨੇ, ਉਹਨਾਂ ਦੇ ਉੱਤੇ ਸਵਾਲ ਤਾਂ ਖੈਰ ਹੁਣ ਵੀ ਖੜ੍ਹੇ ਹੋ ਗਏ। ਦੇਖੋ, ਮੈਂ ਇੱਕ ਗੱਲ ਇਹ ਦਾਅਵੇ ਨਾਲ ਕਹਿ ਸਕਦਾ, ਹਜੇ ਉਹਨਾਂ 'ਤੇ ਫੌਜਦਾਰੀ ਮੁਕੱਦਮੇ ਹੋ ਜਾਂਦੇ, ਅਦਾਲਤਾਂ ਚਲੀ ਜਾਂਦੀ, ਇਹ ਮੁੱਦਾ ਜਿਹੜਾ ਸੀਗਾ ਕਲੋਜ਼ ਹੋ ਜਾਂਦਾ। ਜੇ ਤੁਸੀਂ ਇੱਕ ਸਿਰਫ ਅੱਜ ਇਹਨੂੰ ਇਨਕੁਆਰੀ ਨੂੰ ਬੰਦ ਕਰ ਲਿਆ, ਤੁਸੀਂ ਇਹ ਕਹਿਤਾ, ਤੁਸੀਂ ਤਾਂ ਹਜੇ ਤਾਂ ਬਰਗਾੜੀ ਨਹੀਂ ਸੀ ਉਹਲੇ ਹੋਇਆ। ਹੁਣ ਤੁਸੀਂ ਇਹ ਦੇਖੋ ਵੀ ਇਹਨਾਂ 5 ਸਾਲਾਂ ਦੇ ਵਿੱਚ 2 ਮੁੱਦੇ ਜਿਹੜੇ ਨੇ ਉਹ ਇਹੋ ਜਿਹੇ ਹੋ ਗਏ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਇਹਦਾ ਹੱਲ ਕਰੇ ਬਿਨਾਂ, ਇਹਦਾ ਹਿਸਾਬ ਦਿੱਤੇ ਬਿਨਾਂ ਕੌਮ ਜਿਹੜੀ ਆ ਉਹ ਮਾफ़ ਕਰਨ ਵਾਲੀ ਨਹੀਂ, ਕੌਮ ਇਹਨੂੰ ਭੁੱਲਣ ਵਾਲੀ ਨਹੀਂ। ਕਿਉਂਕਿ ਸਿੱਖ ਦਾ ਮਸਤਕ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਮਤਲਬ ਜਿਹੜਾ ਇਹ ਕਰ ਦੇਣਾ। ਇੱਕ ਹੋਰ ਹਾਸੋਹੀਣੀ ਗੱਲ ਤਾਂ ਇਹ ਆ, ਕਹਿੰਦੇ ਜੀ ਲੇਜ਼ਰ ਬੁੱਕਾਂ 'ਚ ਜਿੱਥੇ ਇਹਨਾਂ ਦੀਆਂ ਤਨਖਾਹਾਂ ਪੈਂਦੀਆਂ ਨੇ ਸਕੱਤਰਾਂ ਦੀਆਂ ਜਾਂ ਹੈੱਡ ਗ੍ਰੰਥੀਆਂ ਦੀਆਂ ਜਾਂ ਗ੍ਰੰਥੀਆਂ ਦੀਆਂ ਜਾਂ ਰਾਗੀਆਂ ਦੀਆਂ, ਉੱਥੇ ਤਾਂ ਕਦੇ ਨਾ ਹੇਰ ਫੇਰ ਹੋਇਆ ਲੇਜ਼ਰ ਬੁੱਕ 'ਚ। ਲੇਜ਼ਰ ਬੁੱਕ ਇਕੱਲੀ ਗੁਰੂ ਗ੍ਰੰਥ ਸਾਹਿਬ ਵਾਲੀ ਰੱਖੀ ਆ ਉੱਥੇ। ਇੱਥੇ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਕਿ ਕਹਿੰਦੇ ਜਿਹੜੇ ਕਰਮਚਾਰੀਆਂ ਨੇ ਹੁਣ ਆਪਣੀਆਂ ਨੌਕਰੀਆਂ ਤੋਂ, ਉਹਨਾਂ ਦੀ ਚਲੋ ਜਿੰਨਾ ਸਮਾਂ ਉਹਨਾਂ ਨੇ ਪੂਰਾ ਕਰ ਲਿਆ ਸੀ, ਉਸ ਤੋਂ ਬਾਅਦ ਉਹਨਾਂ ਨੇ ਹੁਣ ਛੱਡਣੀ ਸੀ ਆਪਣੀ, ਤੇ ਉਹਨਾਂ ਤੋਂ ਗ੍ਰੈਚੁਟੀਆਂ ਫਸੀਆਂ ਹੋਈਆਂ ਸੀ, ਲੱਖਾਂ ਦੇ ਵਿੱਚ ਸੀ ਉਹ ਵੀ ਅਮਾਊਂਟ, ਤੇ ਕਰੋੜਾਂ ਦੀ ਗੱਲ ਹੋ ਰਹੀ ਹੈ ਵੀ ਜਿਹੜੇ ਅਧਿਕਾਰੀ ਸਾਰੇ ਜਾਂ ਮੁਲਾਜ਼ਮ ਮਿਲਾ ਕੇ ਬਣਦੀ ਹੈ। ਤੁਹਾਨੂੰ ਲੱਗਦਾ ਕਿ ਉਸ ਕਰਕੇ ਚੁੱਪ ਸੀ ਉਹ ਬੰਦੇ? ਤੇ ਉੱਪਰੋਂ ਜੇ ਉਹਨਾਂ ਦੇ ਉੱਪਰ ਫੌਜਦਾਰੀ ਕਾਰਵਾਈ ਹੋ ਜਾਂਦੀ, ਤੁਹਾਨੂੰ ਲੱਗਦਾ ਸੀ ਫਿਰ ਉਹਨਾਂ ਨੇ ਬੋਲ ਪੈਣਾ ਸੀ, ਜਾਂ ਫਿਰ ਉਹਨਾਂ ਨੂੰ ਉਹ ਮਾਇਆ ਜ਼ਿਆਦਾ ਜ਼ਰੂਰੀ ਹੋ ਗਈ, ਸਿੱਖ ਪੰਥ ਨਹੀਂ ਜ਼ਰੂਰੀ, ਤੇ ਸਿੱਖ ਮਸਲੇ ਪਹਿਲ ਦੇ ਆਧਾਰ 'ਤੇ ਉਹ ਨਹੀਂ ਚੱਕਣਾ ਚਾਹੁੰਦੇ, ਸਿਰਫ ਉਹਨਾਂ ਲਈ ਮਾਇਆ ਜ਼ਰੂਰੀ ਹੋ ਗਈ, ਇਸ ਕਰਕੇ ਚੁੱਪ ਬੈਠੇ ਨੇ ਸਾਰੇ? ਦੇਖੋ ਜੀ, ਉਹ ਧਰਮ ਪੁੱਤਰ ਯੁਧਿਸ਼ਟਰ ਹੈ ਨਹੀਂ,
ਉਹਨਾਂ ਨੇ ਰੰਗ ਆਪਣੇ ਹੱਥ ਰੰਗੇ ਨੇ ਸਾਰਿਆਂ ਨੇ, ਕਿਸੇ ਨੇ ਥੋੜੇ ਕਿਸੇ ਨੇ ਬਹੁਤੇ। ਜ਼ਿੰਮੇਵਾਰੀ ਸਭ ਦੀ ਫਿਕਸ ਹੈ। ਆਪਾਂ ਸਿੱਧਾ ਅਸੀਂ ਠੀਕ ਹੈ ਲੀਡਰਾਂ ਦਾ ਵੀ ਲੀਡਰਾਂ ਦਾ ਕਬਜ਼ਾ, ਜੋ ਕੁਝ ਵੀ ਉੱਥੇ ਹੁੰਦਾ ਅਧਿਕਾਰੀ ਦੇ ਥਰੂ ਹੁੰਦਾ ਨਾ। ਤੇ ਇਸ ਕਰਕੇ ਮੈਂ ਤਾਂ ਤੁਹਾਨੂੰ ਇਹ ਵੀ ਗੱਲ ਦੱਸਦਾ ਕਿ ਤੁਸੀਂ ਇਹ ਦੇਖਿਓ ਆਉਣੇ ਵਾਲੇ ਸਮੇਂ ਦੇ ਵਿੱਚ, ਆਉਣੇ ਵਾਲੇ ਦਿਨਾਂ ਦੇ ਵਿੱਚ, ਇਹ ਤਾਂ ਹੁਣ ਗੱਲ ਹਜੇ ਮੈਨੂੰ ਲੱਗਦਾ ਸ਼ੁਰੂ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਜਿਹੜੇ ਵੱਡੇ ਵੱਡੇ ਅਹੁਦੇਦਾਰ ਨੇ ਔਰ ਇਹਨਾਂ ਦੇ ਜਿਹੜੇ ਹੈਗੇ ਅਧਿਕਾਰੀ, ਇਹਨਾਂ ਦੇ ਵਿਦੇਸ਼ੀ ਗੇੜਿਆਂ ਦੀ ਕਿੰਨੇ ਲੱਗੇ, ਕੀ ਕੀਤਾ, ਪੰਥ ਲਈ ਕੀ ਕੀਤਾ ਕਿ ਆਪਣੇ ਨਿਆਣਿਆਂ ਨੂੰ ਮਿਲ ਜਾਂਦੇ ਰਹੇ, ਇਹ ਹਿਸਾਬ ਵੀ ਹੋਣਗੇ। ਇਹਨਾਂ ਦੇ ਐਜੂਕੇਸ਼ਨ ਅਦਾਰਿਆਂ ਦੇ ਵਿੱਚ ਜੋ ਹਾਲਾਤ ਨੇ, ਉਹ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ, ਟਾਈਮ ਟੂ ਟਾਈਮ ਆਉਣਗੀਆਂ, ਤੁਸੀਂ ਦੇਖਦੇ ਜਾਓ। ਤੇ ਇਹ ਕਿੱਥੇ ਭੱਜਣਗੇ? ਆਖਰੀ ਸਵਾਲ ਤੁਹਾਡੇ ਤੋਂ ਕਿ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ, ਕਿਉਂਕਿ ਹੁਣ ਇਸ ਮਸਲੇ ਨੇ ਬਹੁਤ ਸਾਰੇ ਪੁਰਾਣੇ ਭੇਦ ਵੀ ਖੋਲ੍ਹ ਦਿੱਤੇ ਕਿ ਕਿਸ ਤਰੀਕੇ ਦੀਆਂ ਅਣਗਹਿਲੀਆਂ ਹੁੰਦੀਆਂ ਰਹੀਆਂ, ਊਣਤਾਈਆਂ ਹੁੰਦੀਆਂ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਕਾਰਜ ਵਿਹਾਰ ਦੇ ਵਿੱਚ। ਤੇ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਸੰਗਤ ਨੂੰ ਕੀ ਕਰ ਲੈਣਾ ਚਾਹੀਦਾ? ਕਿਉਂਕਿ ਜੇ ਸੰਗਤ ਪ੍ਰੈਸ਼ਰ ਪਾਵੇਗੀ, ਸੰਗਤ ਦਾ ਦਬਾਅ ਰਹੇਗਾ ਤਾਂ ਹੀ ਮਸਲੇ ਹੱਲ ਹੋਣਗੇ। ਮੈਨੂੰ ਲੱਗਦਾ ਜੇ ਸੰਗਤ ਫਿਰ ਚੁੱਪ ਕਰਕੇ ਬੈਠ ਗਈ, ਸੰਗਤ ਨੇ ਬਹੁਤਾ ਧਿਆਨ ਨਾ ਦਿੱਤਾ, ਜਾਂ ਵਿਦੇਸ਼ੀ ਸੰਗਤ ਇਸ ਵੇਲੇ ਜਿਹੜੀ ਖਾਸ ਕਰਕੇ ਸਿੱਖ ਮਸਲਿਆਂ ਵੱਲ ਜ਼ਿਆਦਾ ਧਿਆਨ ਦਿੰਦੀ ਹੈ, ਜੇ ਉਹ ਸ਼ਾਂਤ ਬੈਠ ਗਈ ਤਾਂ ਮੈਨੂੰ ਲੱਗਦਾ ਨਹੀਂ ਹੱਲ ਹੋਊਗਾ। ਤੁਹਾਨੂੰ ਕੀ ਲੱਗਦਾ ਸੰਗਤ ਨੂੰ ਕੀ ਕਰ ਲੈਣਾ ਚਾਹੀਦਾ ਇਸ ਵੇਲੇ? ਦੇਖੋ ਜੀ, ਇਹਦਾ ਇੱਕੋ ਇੱਕ ਹੱਲ ਆ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਗਲਵੇ 'ਚੋਂ ਜਿੰਨੀ ਦੇਰ ਤੱਕ ਅਸੀਂ ਆਜ਼ਾਦ ਨਹੀਂ ਕਰਾ ਲੈਂਦੇ, ਜਿੰਨੀ ਦੇਰ ਤੱਕ ਨਿਰੋਲ ਧਰਮ ਦੀ ਸੇਵਾ ਕਰਨ ਵਾਲੇ ਬੰਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਬਣਦੇ, ਜਿੰਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਦੇ ਵਿੱਚ ਬੜੇ ਹੋਏ ਵਪਾਰੀ ਬਾਹਰ ਨਹੀਂ ਹੁੰਦੇ, ਚਾਹੇ ਉਹ ਅਧਿਕਾਰੀਆਂ ਦੇ ਰੂਪ ਦੇ ਵਿੱਚ ਨੇ ਚਾਹੇ ਮੈਂਬਰਾਂ ਦੇ ਰੂਪ ਨੇ, ਤੇ ਜਿੰਨੀ ਦੇਰ ਤੱਕ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੁੰਦਾ, ਸਾਡੀ ਧਾਰਮਿਕ ਫਿਜ਼ਾ ਆਜ਼ਾਦ ਨਹੀਂ ਹੁੰਦੀ, ਉਨੀ ਦੇਰ ਤੱਕ ਜਿਹੜਾ ਕੁਝ ਨਹੀਂ ਸਾਡਾ ਬਣਨ ਵਾਲਾ। ਤਾਂ ਸੰਗਤ ਨੂੰ ਸਾਨੂੰ ਇਸ ਇੱਕ ਗੱਲ ਕਰਨੀ ਚਾਹੀਦੀ ਆ ਕਿ ਜਿਹੜੀ ਸੈਂਟਰ ਦੀ ਸਰਕਾਰ ਆ ਇਸ ਵਕਤ ਇਹ ਕਬਜ਼ਾ ਕਰਾਈ ਬੈਠੀ ਹੈ ਸ਼੍ਰੋਮਣੀ ਕਮੇਟੀ ਤੇ, ਇਹਦਾ ਸੰਗਤ ਨੂੰ ਰੌਲਾ ਪਾਉਣਾ ਚਾਹੀਦਾ, ਇਹਦਾ ਸਾਨੂੰ ਆਪਣੇ ਆਪਣੇ ਪੱਧਰ ਤੇ ਆਵਾਜ਼ ਉਠਾਉਣੀ ਚਾਹੀਦੀ ਹੈ ਸੰਸਥਾਵਾਂ ਨੂੰ, ਪਾਰਟੀਆਂ ਨੂੰ, ਤਾਂ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਲੈਕਸ਼ਨ ਹੈ ਉਹ ਜਲਦੀ ਕਰਾਈ ਜਾਵੇ। ਤਾਂ ਆਪਣੇ ਆਪ ਜਿਹੜਾ ਫਿਰ ਨਿਰਣਾ ਹੋ ਜਾਊਗਾ। ਹੋਰ ਕੀ ਹੱਲ ਹੈ ਇਸ ਗੱਲ ਦਾ? ਸੋ ਮਸਲਾ ਕਾਫੀ ਗੰਭੀਰ ਹੈ, ਸਵਾਲ ਬਹੁਤ ਨੇ ਜਿਨ੍ਹਾਂ ਦੇ ਜਵਾਬ ਅਸੀਂ ਲਗਾਤਾਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਲੰਮੇ ਸਮੇਂ ਤੋਂ ਊਣਤਾਈਆਂ ਚੱਲ ਰਹੀਆਂ ਨੇ, ਬਹੁਤ ਵੱਡੀਆਂ ਕਾਰਵਾਈਆਂ ਅਜਿਹੀਆਂ ਹੋਈਆਂ ਨੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ SGPC ਆ ਉਹਦੇ ਵਿੱਚ ਬੈਠੇ ਅਧਿਕਾਰੀਆਂ ਨੂੰ ਸ਼ੋਭਾ ਨਹੀਂ ਦਿੰਦੀਆਂ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਮਸਲਾ ਹੱਲ ਹੋਵੇ। ਸੰਗਤ ਜਿਹੜੀ ਹੈ ਉਹਦੇ ਤੋਂ ਉਮੀਦ ਰੱਖਦੇ ਹਾਂ ਕਿ ਉਹ ਵੀ ਦਬਾਅ ਬਣਾਵੇ, ਕਿਉਂਕਿ ਜੇ ਸੰਗਤ ਦਾ ਦਬਾਅ ਨਾ ਰਿਹਾ ਤਾਂ ਹੋ ਸਕਦਾ ਹੈ ਕਿ ਸਿਆਸੀ ਗਲਵੇ ਹੇਠ ਜਿਹੜੀ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਹੈ ਉਹ ਇਸੇ ਤਰ੍ਹਾਂ ਹੀ ਊਣਤਾਈਆਂ ਕਰਦੀ ਰਹੇ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਸਲੇ ਦੇ ਅਸਲ ਮਾਇਨੇ ਕਦੋਂ ਸਾਹਮਣੇ ਆਉਂਦੇ ਨੇ, ਕਦੋਂ ਦੋਸ਼ੀ ਜਿਹੜੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਹੁੰਦੀਆਂ ਨੇ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਯੂ ਟਰਨ ਮਾਰ ਗਈ ਹੈ ਉਸ ਦੇ ਖਿਲਾਫ ਕੋਈ ਅਹਿਮ ਕਦਮ ਨਹੀਂ ਚੁੱਕੇ ਜਾਂਦੇ ਤਾਂ ਉਹਦੇ ਨਤੀਜੇ ਜਿਹੜੇ ਨੇ ਉਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਭੁਗਤਣੇ ਪੈਣ। ਤਾਂ ਦੇਖਣਾ ਹੋਵੇਗਾ ਕਿ ਇਹ ਮਸਲਾ ਹੁਣ ਹੋਰ ਕਿੰਨੀ ਦੂਰ ਤੱਕ ਲੈ ਕੇ ਜਾਂਦੇ ਨੇ ਸਿਆਸੀ ਲੋਕ। ਸਹਿਯੋਗੀ ਅਮਰਜੋਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਮੋਹਾਲੀ।